ਕਿਸੇ ਵੀ ਲੈਂਗੁਏਜ ਨੂੰ ਸਿੱਖਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਅੱਖਰਾਂ ਬਾਰੇ ਯਾਨੀ ਕਿ ਲੈਟਰਸ ਬਾਰੇ ਪਤਾ ਹੋਣਾ ਚਾਹੀਦਾ। ਜਿਵੇਂ ਕਿ ਇੰਗਲਿਸ਼ ਦੇ ਵਿੱਚ A ਤੋਂ ਲੈ ਕੇ ਤੇ Z ਤੱਕ ਲੈਟਰਸ ਨੇ, 26 ਲੈਟਰਸ ਨੇ। ਤਾਂ ਇਹ ਕੁਝ ਲੈਟਰਸ ਮਿਲ ਕੇ ਵਰਡਸ ਬਣਾਉਂਦੇ ਨੇ ਤੇ ਵਰਡਸ ਅੱਗੇ ਮਿਲ ਕੇ ਸੈਂਟੈਂਸਸ ਬਣਾਉਂਦੇ ਨੇ। ਹੈਲੋ एवरीवन, ਵੈਲਕਮ ਟੂ ਮਾਈ ਚੈਨਲ ਏਕਸ ਲਰਨਿੰਗ। ਤਾਂ ਅੱਜ ਆਪਾਂ ਗੱਲ ਕਰਾਂਗੇ ਟਾਈਪਸ ਆਫ ਸੈਂਟੈਂਸਸ। ਪਰ ਇਸ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਸੈਂਟੈਂਸ ਦਾ ਆਖਰ ਮਤਲਬ ਕੀ ਹੁੰਦਾ ਹੈ। ਤਾਂ ਮੀਨਿੰਗ ਆਫ ਅ ਸੈਂਟੈਂਸ। ਤਾਂ ਸੈਂਟੈਂਸ ਦਾ ਮਤਲਬ ਹੈ a sentence is a group of words which makes a complete sense। ਤਾਂ ਅੱਖਰਾਂ ਦਾ ਉਹ ਸਮੂਹ ਜਾਂ ਵਰਡਸ ਦਾ ਉਹ ਸਮੂਹ ਜਿਹੜੇ ਕਿ ਮਿਲ ਕੇ ਇੱਕ ਕੰਪਲੀਟ ਸੈਂਸ ਦਾ ਇੱਕ ਸੈਂਟੈਂਸ ਬਣਾਉਂਦੇ ਨੇ, ਉਹਨੂੰ ਆਪਾਂ ਸੈਂਟੈਂਸ ਕਹਿੰਦੇ ਹਾਂ। ਮਤਲਬ ਕਿ ਉਹਦਾ ਇੱਕ ਪ੍ਰੋਪਰ ਮਤਲਬ ਨਿਕਲਣਾ ਚਾਹੀਦਾ, ਤਾਂ ਹੀ ਉਹਨੂੰ ਆਪਾਂ ਸੈਂਟੈਂਸ ਕਹਿ ਸਕਦੇ ਹਾਂ। ਜੇ ਉਹਦਾ ਕੋਈ ਮਤਲਬ ਨਹੀਂ ਨਿਕਲਦਾ, ਇਟ ਮੀਨਸ ਕਿ ਉਹ ਸੈਂਟੈਂਸ ਨਹੀਂ ਹੈ। ਜਿਵੇਂ ਕਿ ਆਪਾਂ ਐਗਜ਼ਾਮਪਲਸ ਵਿੱਚ ਦੇਖਦੇ ਹਾਂ, ਇੱਕ ਸੈਂਟੈਂਸ ਤੁਹਾਡੇ ਸਾਹਮਣੇ ਦਿੱਤਾ ਹੈ, ਇਜ਼ ਮੋਹਨ ਸਕੂਲ ਗੋਇੰਗ ਟੂ। ਤਾਂ ਇਹ ਸੈਂਟੈਂਸ ਕੀ ਤੁਹਾਨੂੰ ਲੱਗਦਾ ਕਿ ਇਹ ਠੀਕ ਹੈ? ਤਾਂ ਆਨਸਰ ਹੈਗਾ ਨਹੀਂ, ਇਹ ਗਲਤ ਸੈਂਟੈਂਸ ਹੈ। ਤਾਂ ਇਸੇ ਨੂੰ ਆਪਾਂ ਜੇ ਠੀਕ ਤਰੀਕੇ ਨਾਲ ਲਿਖਣਾ ਹੋਵੇ ਤਾਂ ਕਿਵੇਂ ਲਿਖਿਆ ਜਾ ਸਕਦਾ ਹੈ? ਤਾਂ ਨੈਕਸਟ ਹੈ, ਮੋਹਨ ਇਜ਼ ਗੋਇੰਗ ਟੂ ਸਕੂਲ। ਹੁਣ ਇਸ ਸੈਂਟੈਂਸ ਦਾ ਮਤਲਬ ਨਿਕਲਦਾ ਹੈ, ਇਹਦਾ ਮਤਲਬ ਹੈ ਮੋਹਨ ਸਕੂਲ ਜਾ ਰਿਹਾ ਹੈ। ਤਾਂ ਇਹ ਇੱਕ ਕਰੈਕਟ ਸੈਂਟੈਂਸ ਹੈ। ਤਾਂ ਜਿਹੜਾ ਆਪਾਂ ਪਹਿਲਾ ਸੈਂਟੈਂਸ ਕੀਤਾ ਸੀ ਉਹਦਾ ਕੋਈ ਮਤਲਬ ਨਹੀਂ ਨਿਕਲਦਾ ਪਿਆ। ਹਾਲਾਂਕਿ ਆਪਾਂ ਉਹਨਾਂ ਵਰਡਸ ਨੂੰ ਜੋੜਿਆ ਹੈ, ਪਰ ਉਹ ਇੱਕ ਸੀਰੀਅਲ ਆਰਡਰ ਦੇ ਵਿੱਚ, ਇੱਕ ਪ੍ਰੋਪਰ ਸੀਰੀਅਲ ਦੇ ਵਿੱਚ ਨਹੀਂ ਜੁੜੇ ਹੋਏ, ਇਸ ਕਰਕੇ ਉਹਨਾਂ ਦਾ ਕੋਈ ਮਤਲਬ ਨਹੀਂ ਨਿਕਲ ਰਿਹਾ। ਪਰ ਦੂਜੇ ਪਾਸੇ ਜਿਹੜਾ ਆਪਾਂ ਦੂਜਾ ਸੈਂਟੈਂਸ ਲਿਖਿਆ ਉਹਦਾ ਇੱਕ ਪ੍ਰੋਪਰ ਮੀਨਿੰਗ ਨਿਕਲਦਾ ਹੈ। ਤਾਂ ਉਹ ਸੈਂਟੈਂਸ ਜਿਹਦਾ ਕੋਈ ਮੀਨਿੰਗ ਨਿਕਲਦਾ ਹੋਵੇ ਉਹਨੂੰ ਹੀ ਆਪਾਂ ਸੈਂਟੈਂਸ ਕਹਿੰਦੇ ਹਾਂ। ਤਾਂ ਸੈਂਟੈਂਸਸ ਦਾ ਮੀਨਿੰਗ ਸਮਝਣ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਟਾਈਪਸ ਆਫ ਸੈਂਟੈਂਸਸ, ਕਿ ਸੈਂਟੈਂਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਤਾਂ ਇੰਗਲਿਸ਼ ਦੇ ਵਿੱਚ ਸੈਂਟੈਂਸ 5 ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਹੈਗਾ ਅਸਰਟਿਵ ਔਰ ਡੈਕਲੇਰੇਟਿਵ ਸੈਂਟੈਂਸਸ। ਸੈਕਿੰਡ ਹੈਗਾ ਇੰਟਰੋਗੇਟਿਵ ਸੈਂਟੈਂਸਸ। ਇਹਨੂੰ ਆਪਾਂ ਇੰਟੈਰੋਗੇਟਿਵ ਨਹੀਂ ਬੋਲਣਾ। ਇੰਟੈਰੋਗੇਸ਼ਨ ਉਹ ਹੈ ਜੋ ਪੁਲਿਸ ਵਾਲੇ ਕਰਦੇ ਨੇ ਜਦੋਂ ਕੁਐਸਚਨਿੰਗ ਕਰਦੇ ਨੇ ਕਿਸੇ ਕ੍ਰਿਮੀਨਲ ਤੋਂ, ਦੈਟ ਇਜ਼ ਨੋਨ ਐਜ਼ ਇੰਟੈਰੋਗੇਸ਼ਨ। ਪਰ ਇੰਗਲਿਸ਼ ਦੇ ਵਿੱਚ ਜੇ ਆਪਾਂ ਸੈਂਟੈਂਸਸ ਦੀ ਗੱਲ ਕਰੀਏ ਤਾਂ ਇੰਟਰੋਗੇਸ਼ਨ ਹੁੰਦਾ ਹੈ। ਥਰਡ ਟਾਈਪ ਹੈ ਇੰਪੈਰੇਟਿਵ ਸੈਂਟੈਂਸਸ। ਫੋਰਥ ਇਜ਼ ਐਕਸਕਲੇਮੇਟਰੀ ਸੈਂਟੈਂਸਸ ਐਂਡ ਦ ਲਾਸਟ ਵਨ ਇਜ਼ ਆਪਟੇਟਿਵ ਸੈਂਟੈਂਸਸ। ਤਾਂ ਇਹ 5 ਟਾਈਪਸ ਨੇ ਸੈਂਟੈਂਸਸ ਦੇ ਇੰਗਲਿਸ਼ ਦੇ ਵਿੱਚ। ਸੈਂਟੈਂਸਸ ਦੀਆਂ ਟਾਈਪਸ ਜਾਣਨ ਤੋਂ ਬਾਅਦ ਹੁਣ ਆਪਾਂ ਇਹਨਾਂ ਟਾਈਪਸ ਨੂੰ ਡਿਟੇਲ ਦੇ ਵਿੱਚ ਅੱਗੇ ਸਟੱਡੀ ਕਰਾਂਗੇ। ਤਾਂ ਪਹਿਲੀ ਟਾਈਪ ਸੀ ਅਸਰਟਿਵ ਜਾਂ ਡੈਕਲੇਰੇਟਿਵ ਸੈਂਟੈਂਸਸ। ਤੇ ਇਹਦਾ ਮੀਨਿੰਗ ਹੈ these declarative sentences make a statement, they tell us something। ਮੀਨਸ ਇਹਦੇ ਵਿੱਚ ਕੋਈ ਗੱਲ, ਸਿੰਪਲ ਇੱਕ ਗੱਲ ਕੀਤੀ ਗਈ ਹੁੰਦੀ ਹੈ ਤੇ ਕਿਸੇ ਚੀਜ਼ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਦਿੱਤੀ ਗਈ ਹੁੰਦੀ ਹੈ। they give us information and they normally end with a full stop। ਇਹਦੇ ਵਿੱਚ ਕੋਈ ਸਾਨੂੰ ਪੀਸ ਆਫ ਇਨਫੋਰਮੇਸ਼ਨ ਦਿੱਤਾ ਹੁੰਦਾ ਹੈ ਤੇ ਐਂਡ ਦੇ ਵਿੱਚ ਇਹਦੇ ਵਿੱਚ ਫੁੱਲ ਸਟਾਪ ਲੱਗਾ ਹੁੰਦਾ ਹੈ। ਤਾਂ ਜਿਵੇਂ ਕਿ ਅਸਰਟ ਦਾ ਮਤਲਬ ਹੁੰਦਾ ਹੈ ਕਹਿਣਾ, ਜਾਂ ਡੈਕਲੇਰੇਟਿਵ ਦਾ ਮਤਲਬ ਹੁੰਦਾ ਹੈ ਕੋਈ ਡਿਕਲੇਅਰ ਕਰਨਾ, ਮੀਨਸ ਕੁਝ ਕਹਿਣਾ। ਤਾਂ ਇਹ ਇੱਕ ਤਰ੍ਹਾਂ ਦੇ ਸੈਂਟੈਂਸਸ ਜਿਹਦੇ ਵਿੱਚ ਕੋਈ ਇਨਫੋਰਮੇਸ਼ਨ ਸਾਨੂੰ ਦਿੱਤੀ ਗਈ ਹੁੰਦੀ ਹੈ ਤੇ ਐਂਡ ਦੇ ਵਿੱਚ ਇਹਨਾਂ ਵਿੱਚ ਫੁੱਲ ਸਟਾਪ ਯੂਜ਼ ਕੀਤਾ ਜਾਂਦਾ ਹੈ। ਹੁਣ ਅੱਗੇ ਇਹਨਾਂ ਦੀਆਂ ਆਪਾਂ 2 ਟਾਈਪਸ ਦੀ ਗੱਲ ਕਰਾਂਗੇ। ਪਹਿਲਾ ਹੁੰਦਾ ਹੈ ਜੀ ਪੋਜ਼ਿਟਿਵ। ਪੋਜ਼ਿਟਿਵ ਦਾ ਮਤਲਬ ਹੁੰਦਾ ਜਿਹਨੂੰ ਆਪਾਂ ਪੰਜਾਬੀ ਵਿੱਚ ਹਾਂ ਵਾਚਕ ਵੀ ਕਹਿੰਦੇ ਨੇ, ਕਿ ਜਿਹਦੇ ਵਿੱਚ ਨੋ ਜਾਂ ਨਾਟ ਨਹੀਂ ਯੂਜ਼ ਕੀਤਾ ਜਾਂਦਾ, ਦੈਟ ਇਜ਼ ਨੋਨ ਐਜ਼ ਪੋਜ਼ਿਟਿਵ ਸੈਂਟੈਂਸ। ਤੇ ਜਿਹਦੇ ਵਿੱਚ ਨੋ ਯੂਜ਼ ਕੀਤਾ ਗਿਆ ਹੋਵੇ, ਨੋ ਜਾਂ ਨਾਟ, ਦੈਟ ਇਜ਼ ਨੋਨ ਐਜ਼ ਨੈਗੇਟਿਵ ਸੈਂਟੈਂਸ। ਜਿਵੇਂ ਕਿ ਤੁਸੀਂ ਐਗਜ਼ਾਮਪਲ ਦੇ ਵਿੱਚ ਦੇ ਸਕਦੇ ਹੋ, ਇੱਕ ਪਾਸੇ ਪੋਜ਼ਿਟਿਵ ਬਣਿਆ ਆ, ਇੱਕ ਪਾਸੇ ਨੈਗੇਟਿਵ ਬਣਿਆ ਸੈਂਟੈਂਸ। ਜਿਵੇਂ ਕਿ ਪਹਿਲਾ ਸੈਂਟੈਂਸ ਹੈ ਆਈ ਲਾਈਕ ਟੀ। ਹੁਣ ਇਹਦੇ ਵਿੱਚ ਨੋ ਜਾਂ ਨਾਟ ਨਹੀਂ ਯੂਜ਼ ਕੀਤਾ ਗਿਆ, ਇਟ ਮੀਨਸ ਕਿ ਦੈਟ ਇਜ਼ ਪੋਜ਼ਿਟਿਵ ਸੈਂਟੈਂਸ। ਪਰ ਇਸੇ ਵਿੱਚ ਜੇ ਆਪਾਂ ਨੋ ਜਾਂ ਨਾਟ ਲਾ ਦਾਂਗੇ ਤੇ ਇਹ ਨੈਗੇਟਿਵ ਬਣ ਜਾਏਗਾ। ਜਿਵੇਂ ਨੈਗੇਟਿਵ ਇਹਦਾ ਬਣ ਗਿਆ ਆਈ ਡੂ ਨਾਟ ਲਾਈਕ ਟੀ, ਤਾਂ ਇਹ ਹੁੰਦਾ ਨੈਗੇਟਿਵ ਸੈਂਟੈਂਸ ਬਣ ਗਿਆ। ਇਸੇ ਤਰ੍ਹਾਂ ਸੈਕਿੰਡ ਸੈਂਟੈਂਸ ਜੇ ਆਪਾਂ ਵੇਖੀਏ, ਵੀ ਵਾਚ ਟੀਵੀ ਲਾਸਟ ਨਾਈਟ। ਹੁਣ ਇਹਦੇ ਵਿੱਚ ਨੋ ਨਾਟ ਨਹੀਂ ਯੂਜ਼ ਕੀਤਾ ਗਿਆ, ਇਸ ਕਰਕੇ ਇਹ ਪੋਜ਼ਿਟਿਵ ਹੈ। ਪਰ ਜੇ ਇਹਦੇ ਵਿੱਚ ਨੋ ਜਾਂ ਨਾਟ ਲਾ ਦਾਂਗੇ ਤਾਂ ਫਿਰ ਇਹ ਬਣ ਜਾਏਗਾ ਵੀ ਡਿਡ ਨਾਟ ਵਾਚ ਟੀਵੀ ਲਾਸਟ ਨਾਈਟ।
ਤਾਂ ਤੁਸੀਂ ਦੇਖ ਸਕਦੇ ਹੋ ਕਿ ਐਂਡ ਦੇ ਵਿੱਚ ਇਹਨਾਂ ਸੈਂਟੈਂਸਿਸ ਦੇ ਵਿੱਚ ਫੁੱਲ ਸਟਾਪ ਆ ਰਿਹਾ। ਤਾਂ ਇਹੋ ਜਿਹੇ ਸੈਂਟੈਂਸ ਅਸਰਟਿਵ ਜਾਂ ਡੈਕਲੇਰੇਟਿਵ ਸੈਂਟੈਂਸਿਸ ਹੁੰਦੇ ਨੇ। ਤਾਂ ਸੈਂਟੈਂਸਿਸ ਦੀ ਸੈਕਿੰਡ ਟਾਈਪ ਹੈ ਇੰਟਰੋਗੇਟਿਵ ਸੈਂਟੈਂਸਿਸ। ਤਾਂ ਇਹਨਾਂ ਦਾ ਮਤਲਬ ਹੈ ਦੇ ਆਸਕ ਅ ਕੁਐਸਚਨ। ਇਹਨਾਂ ਵਿੱਚ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਗਿਆ ਹੁੰਦਾ ਹੈ ਤੇ ਇਹ ਯੂਜ਼ਲੀ ਕੁਐਸਚਨ ਮਾਰਕ ਦੇ ਨਾਲ ਐਂਡ ਹੁੰਦੇ ਨੇ, ਜਿਹਨੂੰ ਆਪਾਂ ਸਾਈਨ ਆਫ ਇੰਟਰੋਗੇਸ਼ਨ ਵੀ ਕਹਿ ਦਿੰਦੇ ਆ। ਤਾਂ ਉਹ ਸਾਈਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਹੋ ਜਿਹਾ ਸਾਈਨ ਐਂਡ ਦੇ ਵਿੱਚ ਲੱਗਾ ਗਿਆ ਹੁੰਦਾ ਹੈ। ਜਿਵੇਂ ਆਪਾਂ ਅਸਰਟਿਵ ਸੈਂਟੈਂਸਿਸ ਦੇ ਵਿੱਚ ਗੱਲ ਕੀਤੀ ਸੀ, ਉਹਨਾਂ ਵਿੱਚ ਫੁੱਲ ਸਟਾਪ ਲੱਗਦਾ ਸੀ, ਪਰ ਇਹਨਾਂ ਦੇ ਵਿੱਚ ਸਾਈਨ ਆਫ ਇੰਟਰੋਗੇਸ਼ਨ ਲੱਗੇਗਾ ਐਂਡ ਦੇ ਵਿੱਚ। ਤਾਂ ਇਹ ਵੀ ਸੈਂਟੈਂਸ ਦੋ ਤਰ੍ਹਾਂ ਦੇ ਹੋ ਸਕਦੇ ਨੇ, ਪੋਜ਼ਿਟਿਵ ਵੀ ਬਣਦੇ ਨੇ ਤੇ ਨੈਗੇਟਿਵ ਵੀ ਬਣਦੇ ਨੇ। ਤਾਂ ਇਹਨਾਂ ਦੀ ਐਗਜ਼ਾਮਪਲਸ ਆਪਾਂ ਦੇਖਦੇ ਹਾਂ। ਜਿਵੇਂ ਕਿ ਫਸਟ ਐਗਜ਼ਾਮਪਲ ਦਿੱਤੀ ਗਈ ਹੈ, ਡੂ ਯੂ ਲਾਈਕ ਟੀ। ਹੁਣ ਇਹਦੇ ਵਿੱਚ ਇੱਕ ਕੁਐਸਚਨ ਪੁੱਟ ਕੀਤਾ ਗਿਆ ਕਿ ਕੀ ਤੁਹਾਨੂੰ ਚਾਹ ਪਸੰਦ ਹੈ, ਤੇ ਐਂਡ ਦੇ ਵਿੱਚ ਕੁਐਸਚਨ ਮਾਰਕ ਲੱਗਾ ਹੈ। ਤੇ ਇਸੇ ਨੂੰ ਆਪਾਂ ਜੇ ਆਪਾਂ ਨੈਗੇਟਿਵ ਦੇ ਵਿੱਚ ਕਨਵਰਟ ਕਰਨਾ, ਮਤਲਬ ਕਿ ਨਾ ਵਾਚਕ ਦੇ ਵਿੱਚ, ਤਾਂ ਉਹ ਬਣ ਜਾਂਦਾ ਹੈ ਡੋਂਟ ਯੂ ਲਾਈਕ ਟੀ। ਤਾਂ ਹੁਣ ਇਹਦੇ ਵਿੱਚ ਨੋਟ ਲੱਗ ਗਿਆ, ਇਸ ਕਰਕੇ ਨੈਗੇਟਿਵ ਬਣ ਗਿਆ। ਸੈਕਿੰਡ ਸੈਂਟੈਂਸ ਤੁਸੀਂ ਵੇਖ ਸਕਦੇ ਹੋ, ਵਾਈ ਡਿਡ ਯੂ ਗੋ। ਤੁਸੀਂ ਕਿਉਂ ਗਏ ਸੀ। ਤਾਂ ਇਹ ਹੋ ਗਿਆ ਪੋਜ਼ਿਟਿਵ ਸੈਂਟੈਂਸ। ਤੇ ਇਸੇ ਨੂੰ ਆਪਾਂ ਨੈਗੇਟਿਵ ਦੇ ਵਿੱਚ ਲਿਖਣਾ ਹੋਵੇ, ਵਾਈ ਡਿਡਨਟ ਯੂ ਗੋ। ਤੁਸੀਂ ਕਿਉਂ ਨਹੀਂ ਗਏ ਸੀ। ਤਾਂ ਇਹੋ ਜਿਹੇ ਸੈਂਟੈਂਸਸ ਹੁੰਦੇ ਨੇ ਇੰਟਰੋਗੇਟਿਵ ਸੈਂਟੈਂਸਸ, ਜਿਨ੍ਹਾਂ ਵਿੱਚ ਕੋਈ ਕੁਐਸਚਨ ਪੁੱਟ ਕੀਤਾ ਗਿਆ ਹੈ। ਸੈਂਟੈਂਸਸ ਦੀ ਥਰਡ ਟਾਈਪ ਹੈ ਜੀ ਇੰਪੈਰੇਟਿਵ ਸੈਂਟੈਂਸਸ। ਹੁਣ ਇਹਨਾਂ ਬਾਰੇ ਆਪਾਂ ਜਾਣਾਂਗੇ ਕਿ ਇੰਪੈਰੇਟਿਵ ਸੈਂਟੈਂਸਸ ਕਿਹੜੇ ਹੁੰਦੇ ਨੇ। ਤਾਂ ਇੰਪੈਰੇਟਿਵ ਸੈਂਟੈਂਸਸ ਉਹ ਨੇ ਜਿਨ੍ਹਾਂ ਦੇ ਵਿੱਚ ਕੋਈ ਕਮਾਂਡ, ਮਤਲਬ ਕਿ ਕਿਸੇ ਨੂੰ ਆਰਡਰ ਦੇਣਾ, ਜਾਂ ਐਡਵਾਈਸ ਕਿਸੇ ਨੂੰ ਸਲਾਹ ਦੇਣਾ, ਜਾਂ ਰਿਕੁਐਸਟ ਕਿਸੇ ਨੂੰ ਬੇਨਤੀ ਕਰਨਾ, ਜਾਂ ਕਿਸੇ ਨੂੰ ਕਿਸੇ ਕੰਮ ਤੋਂ ਰੋਕਣਾ, ਜਿਹਨੂੰ ਆਪਾਂ ਫੋਰਬਿਡੈਂਸ ਕਹਿ ਦਿੰਦੇ ਹਾਂ, ਕਿਸੇ ਮਾੜੇ ਕੰਮ ਤੋਂ ਰੋਕਣਾ, ਕਿਸੇ ਨੂੰ ਨਸੀਹਤ ਦੇਣਾ। ਤਾਂ ਜੇ ਇਹੋ ਜਿਹੇ ਸੈਂਟੈਂਸਸ ਹੋਣ, ਉਹਨਾਂ ਨੂੰ ਆਪਾਂ ਇੰਪੈਰੇਟਿਵ ਸੈਂਟੈਂਸਸ ਆਪਾਂ ਕਹਿ ਦਿੰਦੇ ਹਾਂ। ਇੰਪੈਰੇਟਿਵ ਸੈਂਟੈਂਸਸ ਵੀ ਦੋ ਤਰ੍ਹਾਂ ਦੇ ਨੇ, ਪੋਜ਼ਿਟਿਵ ਵੀ ਬਣ ਜਾਂਦੇ ਨੇ ਤੇ ਨੈਗੇਟਿਵ ਵੀ ਬਣ ਜਾਂਦੇ ਨੇ, ਮਤਲਬ ਕਿ ਹਾਂ ਵਾਚਕ ਤੇ ਨਾ ਵਾਚਕ। ਹੁਣ ਇਹਨਾਂ ਦੇ ਵਿੱਚ ਆਪਾਂ ਗੱਲ ਕਰੀਏ ਕਿ ਐਂਡ ਦੇ ਵਿੱਚ ਕੀ ਆਏਗਾ, ਕੀ ਫੁੱਲ ਸਟਾਪ ਆਏਗਾ, ਜਾਂ ਕੁਐਸਚਨ ਮਾਰਕ ਆਏਗਾ, ਜਾਂ ਸਾਈਨ ਆਫ ਐਕਸਕਲੇਮੇਸ਼ਨ ਆਏਗਾ। ਤਾਂ ਇਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਸਾਈਨ ਆਉਂਦੇ, ਸਾਈਨ ਆਫ ਐਕਸਕਲੇਮੇਸ਼ਨ ਵੀ ਆਉਂਦਾ ਹੈ ਤੇ ਫੁੱਲ ਸਟਾਪ ਵੀ ਆਉਂਦਾ ਹੈ। ਹੁਣ ਪਤਾ ਕਿਵੇਂ ਲੱਗੇਗਾ ਕਿ ਕਿਹੜਾ ਸਾਈਨ ਆਪਾਂ ਵਰਤਣਾ ਹੈ। ਤਾਂ ਜੇ ਤਾਂ ਕੋਈ ਸਟਰੋਂਗ ਕਮਾਂਡ ਦਿੱਤੀ ਗਈ ਹੈ, ਕੋਈ ਜ਼ੋਰਦਾਰ ਤਰੀਕੇ ਨਾਲ ਕੋਈ ਕੰਮ ਕਿਹਾ ਗਿਆ ਹੈ, ਤਾਂ ਉਹੋ ਜਿਹੇ ਸੈਂਟੈਂਸਸ ਦੇ ਵਿੱਚ ਆਪਾਂ ਸਾਈਨ ਆਫ ਐਕਸਕਲੇਮੇਸ਼ਨ ਲਾਉਣਾ ਹੈ। ਪਰ ਜੇ ਕੋਈ ਰਿਕੁਐਸਟ ਕੀਤੀ ਗਈ ਜਾਂ ਇੱਕ ਸਿੰਪਲ ਸਟੇਟਮੈਂਟ ਦਿੱਤੀ ਗਈ, ਆਮ ਜਿਹੀ ਇੱਕ ਗੱਲ ਕਹੀ ਗਈ ਹੈ, ਤਾਂ ਉਹਦੇ ਵਿੱਚ ਆਪਾਂ ਫੁੱਲ ਸਟਾਪ ਲਾਉਣਾ ਹੈ। ਕਹਿਣ ਦਾ ਮਤਲਬ ਹੈ ਕਿ ਜੇ ਜ਼ੋਰਦਾਰ ਤਰੀਕੇ ਨਾਲ ਕੋਈ ਕੰਮ ਕਿਹਾ ਗਿਆ ਹੈ, ਕੋਈ ਜ਼ੋਰ ਨਾਲ ਕਿਹਾ ਹੈ, ਤਾਂ ਫਿਰ ਉਹ ਇੱਕ ਸਟਰੋਂਗ ਕਮਾਂਡ ਹੈ, ਉਹਦੇ ਵਿੱਚ ਸਾਈਨ ਆਫ ਐਕਸਕਲੇਮੇਸ਼ਨ ਲੱਗੇਗਾ। ਅਦਰਵਾਈਜ਼ ਉਹਦੇ ਵਿੱਚ ਫੁੱਲ ਸਟਾਪ ਲੱਗੇਗਾ। ਹੁਣ ਇਹਨਾਂ ਸੈਂਟੈਂਸਸ ਦੇ ਵਿੱਚ ਕੋਈ ਵੀ ਸਬਜੈਕਟ ਨਹੀਂ ਹੁੰਦਾ, ਸਬਜੈਕਟ ਡਾਇਰੈਕਟਲੀ ਨਹੀਂ ਦਿੱਤਾ ਗਿਆ ਹੋਵੇਗਾ, ਪਰ ਸਬਜੈਕਟ ਆਲਰੇਡੀ ਅੰਡਰਸਟੂਡ ਹੀ ਹੁੰਦਾ ਹੈ ਕਿ ਸਬਜੈਕਟ ਦੇ ਵਿੱਚ ਯੂ ਹੈ, ਮਤਲਬ ਕਿ ਜਿਹੜਾ ਵੀ ਕੰਮ ਕਰਦਾ ਪਿਆ, ਜਿਹੜਾ ਕੋਈ ਕੰਮ ਕਹਿੰਦਾ ਪਿਆ, ਉਹ ਯੂ ਹੈ, ਉਹਦੇ ਵਿੱਚ ਸਬਜੈਕਟ ਹੈ। ਹੁਣ ਅੱਗੇ ਆਪਾਂ ਇਹਨਾਂ ਦੇ ਐਗਜ਼ਾਮਪਲਸ ਦੇਖਾਂਗੇ, ਪੋਜ਼ਿਟਿਵ ਤੇ ਨੈਗੇਟਿਵ ਦੋਨਾਂ ਦੇ ਵਿੱਚ ਬਣੀਆਂ ਹੋਈਆਂ ਨੇ। ਤਾਂ ਜਿਵੇਂ ਪਹਿਲਾ ਸੈਂਟੈਂਸ ਹੈ ਸਟਾਪ। ਹੁਣ ਇਹਦੇ ਵਿੱਚ ਆਪਾਂ ਕੋਈ ਕਿਸੇ ਨੂੰ ਜ਼ੋਰਦਾਰ ਤਰੀਕੇ ਨਾਲ ਕਿਹਾ ਵੀ ਰੁਕ, ਤਾਂ ਇਹ ਇੱਕ ਸਟਰੋਂਗ ਕਮਾਂਡ ਹੈ, ਇਸ ਕਰਕੇ ਇਹਦੇ ਵਿੱਚ ਸਾਈਨ ਆਫ ਐਕਸਕਲੇਮੇਸ਼ਨ ਆਇਆ। ਇਸੇ ਤਰ੍ਹਾਂ ਜੇ ਆਪਾਂ ਨੈਗੇਟਿਵ ਬਣਾਉਣਾ ਹੋਵੇ ਤਾਂ ਡੂ ਨਾਟ ਸਟਾਪ। ਠੀਕ ਹੈ। ਹੁਣ ਸੈਕਿੰਡ ਐਗਜ਼ਾਮਪਲ ਹੈ ਗਿਵ ਹਰ ਕਾਫੀ। ਹੁਣ ਇਹਦੇ ਵਿੱਚ ਇੱਕ ਮਾਈਲਡ ਜਿਹੀ ਕਮਾਂਡ ਹੈ, ਕੋਈ ਸਟਰੋਂਗ ਕਮਾਂਡ ਨਹੀਂ ਹੈਗੀ, ਤਾਂ ਕਰਕੇ ਆਪਾਂ ਫੁੱਲ ਸਟਾਪ ਲਾਇਆ ਹੈ। ਤੇ ਨੈਗੇਟਿਵ ਇਹਦਾ ਬਣੇਗਾ ਡੋਂਟ ਗਿਵ ਹਰ ਕਾਫੀ। ਥਰਡ ਹੈ ਪਲੀਜ਼ ਗਿਵ ਹਿਮ ਅ ਪੈਨ। ਹੁਣ ਇਹਦੇ ਵਿੱਚ ਇੱਕ ਰਿਕੁਐਸਟ ਕੀਤੀ ਗਈ, ਇਸ ਕਰਕੇ ਇਹਦੇ ਵਿੱਚ ਫੁੱਲ ਸਟਾਪ ਲੱਗਾ ਹੈ, ਆਪਾਂ ਸਾਈਨ ਆਫ ਐਕਸਕਲੇਮੇਸ਼ਨ ਨਹੀਂ ਲਾਇਆ। ਤੇ ਇਸੇ ਦਾ ਨੈਗੇਟਿਵ ਬਣਾਉਣਾ ਹੋਵੇ ਤਾਂ ਬਣੇਗਾ ਪਲੀਜ਼ ਡੂ ਨਾਟ ਗਿਵ ਹਿਮ ਅ ਪੈਨ। ਫੋਰਥ ਹੈਗਾ somebody answer the phone। ਹੁਣ ਇਹਦੇ ਵਿੱਚ ਸਾਈਨ ਆਫ ਐਕਸਕਲੇਮੇਸ਼ਨ ਲਾਇਆ ਹੈ, ਕਿਉਂ? ਕਿਉਂਕਿ ਇਹ ਸਟਰੋਂਗ ਕਮਾਂਡ ਹੈ, ਵੀ ਕੋਈ ਕਵੇ ਵੀ ਮੇਰਾ ਫੋਨ ਚੱਕੋ, ਤਾਂ ਉਹਨੇ ਜ਼ੋਰਦਾਰ ਤਰੀਕੇ ਨਾਲ ਆਪਾਂ ਨੂੰ ਕਿਹਾ, ਤਾਂ
ਤਾਂ ਇਹ ਇੱਕ ਸਟਰੋਂਗ ਕਮਾਂਡ, ਇਸ ਕਰਕੇ ਇਹਦੇ ਵਿੱਚ ਸਾਈਨ ਆਫ ਐਕਸਕਲੇਮੇਸ਼ਨ ਲੱਗੇਗਾ। ਤੇ ਇਸੇ ਦਾ ਜਿਹੜਾ ਨੈਗੇਟਿਵ ਬਣੇਗਾ ਡੋਂਟ ਆਨਸਰ ਦਾ ਫੋਨ। ਠੀਕ ਹੈ, ਤਾਂ ਮੈਨੂੰ ਲੱਗਦਾ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇੰਪੈਰੇਟਿਵ ਸੈਂਟੈਂਸਸ ਕਿਵੇਂ ਬਣਦੇ ਨੇ। ਨੈਕਸਟ ਸੈਂਟੈਂਸਸ ਦੀ ਫੋਰਥ ਟਾਈਪ ਹੈਗੀ ਹੈ ਜੀ ਐਕਸਕਲੇਮੇਟਰੀ ਸੈਂਟੈਂਸਸ। ਤਾਂ ਇਹ ਉਹ ਸੈਂਟੈਂਸ ਨੇ ਜਿਨ੍ਹਾਂ ਦੇ ਵਿੱਚ ਸਟਰੋਂਗ ਫੀਲਿੰਗਸ, ਇਮੋਸ਼ਨਸ ਜਾਂ ਸਰਪ੍ਰਾਈਜ਼ ਹੁੰਦਾ ਹੈ। ਕਹਿਣ ਦਾ ਮਤਲਬ ਜਿਹਦੇ ਹੈਰਾਨਗੀ ਪ੍ਰਗਟ ਕਰਨ ਵਾਲੇ ਸੈਂਟੈਂਸਸ ਹੁੰਦੇ ਨੇ। ਜਦੋਂ ਆਪਾਂ ਕੋਈ ਗੱਲ ਬੜੀ ਹੈਰਾਨਗੀ ਨਾਲ ਕਹਿੰਦੇ ਆ, ਜਾਂ ਇਹਦੇ ਵਿੱਚ ਬਹੁਤ ਦੁੱਖ ਵਾਲੀ ਗੱਲ ਹੋਵੇ ਜਾਂ ਬਹੁਤ ਖੁਸ਼ੀ ਵਾਲੀ ਗੱਲ ਹੋਵੇ, ਤਾਂ ਇਹੋ ਜਿਹੇ ਸੈਂਟੈਂਸਸ ਐਕਸਕਲੇਮੇਟਰੀ ਸੈਂਟੈਂਸਸ ਹੁੰਦੇ ਨੇ। ਇਹਨਾਂ ਦੇ ਐਂਡ ਦੇ ਵਿੱਚ ਸਾਈਨ ਆਫ ਐਕਸਕਲੇਮੇਸ਼ਨ ਲੱਗੇਗਾ। ਜਿਵੇਂ ਕਿ ਨਾਮ ਤੋਂ ਪਤਾ ਲੱਗ ਜਾਂਦਾ ਐਕਸਕਲੇਮੇਟਰੀ ਸੈਂਟੈਂਸਸ, ਇਟ ਮੀਨਸ ਸਾਈਨ ਆਫ ਐਕਸਕਲੇਮੇਸ਼ਨ ਲੱਗੇਗਾ ਐਂਡ ਤੇ। ਤਾਂ ਮੋਸਟਲੀ ਜੇ ਆਪਾਂ ਇਹ ਸੈਂਟੈਂਸ ਵੇਖੀਏ, ਇਹ ਦੋ ਵਰਡਸ ਤੋਂ ਬਣਦੇ ਨੇ, ਵਟ ਤੇ ਦੂਜਾ ਹੈਗਾ ਹਾਊ। ਤਾਂ ਮੋਸਟਲੀ ਤੁਸੀਂ ਸੈਂਟੈਂਸ ਇਹਨਾਂ ਦੋ ਵਰਡਸ ਤੋਂ ਬਣੇ ਤੁਸੀਂ ਦੇਖੋਗੇ। ਹੁਣ ਅੱਗੇ ਆਪਾਂ ਇਹਨਾਂ ਦੇ ਐਗਜ਼ਾਮਪਲਸ ਦੀ ਗੱਲ ਕਰੀਏ। ਪਹਿਲੀ ਐਗਜ਼ਾਮਪਲ ਹੈਗੀ ਹੈ ਹਾਊ ਕੋਲਡ ਦਾ ਨਾਈਟ ਇਜ਼, ਕਿੰਨੀ ਠੰਡੀ ਰਾਤ ਹੈ। ਹੁਣ ਆਪਾਂ ਕੋਈ ਚੀਜ਼ ਹੈਰਾਨਗੀ ਨਾਲ ਕਹੀਏ, ਇਸ ਕਰਕੇ ਇਹ ਐਕਸਕਲੇਮੇਟਰੀ ਸੈਂਟੈਂਸ ਹੈ। ਸੈਕਿੰਡ ਹੈਗਾ ਵਟ ਆ ਸ਼ੇਮ, ਕਿੰਨੀ ਸ਼ਰਮ ਦੀ ਗੱਲ ਹੈ। ਹੁਣ ਇਹ ਵੀ ਆਪਾਂ ਹੈਰਾਨਗੀ ਨਾਲ ਕਿਹਾ, ਤਾਂ ਕਰਕੇ ਇਹ ਐਕਸਕਲੇਮੇਟਰੀ ਸੈਂਟੈਂਸ ਹੈ। ਥਰਡ ਹੈਗਾ ਵਟ ਆ ਬਿਊਟੀਫੁਲ ਫਲਾਵਰ, ਕਿੰਨਾ ਸੁੰਦਰ ਫੁੱਲ ਹੈ। ਆਪਾਂ ਹੈਰਾਨਗੀ ਨਾਲ ਕਿਹਾ ਹੈ। ਹੁਣ ਇੱਥੇ ਇਹ ਨਾ ਦੇਖੋ ਕਿ ਇਹ ਵਟ ਤੋਂ ਸ਼ੁਰੂ ਹੋ ਰਿਹਾ ਤੇ ਇਸ ਕਰਕੇ ਇਹ ਕੁਐਸਚਨ ਵਾਲਾ ਸੈਂਟੈਂਸ ਹੈ। ਕੁਐਸਚਨ ਵਾਲਾ ਨਹੀਂ ਹੈਗਾ, ਬਲਕਿ ਇਹ ਇੱਕ ਐਕਸਕਲੇਮੇਟਰੀ ਸੈਂਟੈਂਸ ਹੈ, ਕਿਉਂਕਿ ਇਹਦੇ ਵਿੱਚ ਕੋਈ ਕੁਐਸਚਨ ਨਹੀਂ ਪੁੱਟ ਕੀਤਾ ਗਿਆ, ਬਲਕਿ ਹੈਰਾਨਗੀ ਪ੍ਰਗਟ ਕੀਤੀ ਗਈ ਹੈ। ਇੱਕ ਚੀਜ਼ ਹੋਰ ਇਹਨਾਂ ਵਿੱਚ ਕਿ ਇਹ ਜਿੰਨੇ ਸੈਂਟੈਂਸ ਐਕਸਕਲੇਮੇਟਰੀ ਸੈਂਟੈਂਸਸ ਹੁੰਦੇ ਨੇ, ਇਹਨਾਂ ਵਿੱਚ ਜਦੋਂ ਆਪਾਂ ਹੈਲਪਿੰਗ ਵਰਬ ਯੂਜ਼ ਕਰਦੇ ਆ ਤਾਂ ਸੈਂਟੈਂਸ ਦੇ ਐਂਡ ਦੇ ਵਿੱਚ ਯੂਜ਼ ਹੋਏਗਾ, ਉਹ ਪਹਿਲਾਂ ਨਹੀਂ ਹੋਏਗਾ। ਜਿਵੇਂ ਤੁਸੀਂ ਫਸਟ ਸੈਂਟੈਂਸ ਜਿਹੜਾ ਆਪਾਂ ਬਣਾਇਆ ਆ ਹਾਊ ਕੋਲਡ ਦਾ ਨਾਈਟ ਇਜ਼, ਹੁਣ ਇਜ਼ ਜਿਹੜਾ ਐਂਡ ਦੇ ਵਿੱਚ ਲੱਗਾ ਹੈ। ਤਾਂ ਐਕਸਕਲੇਮੇਟਰੀ ਸੈਂਟੈਂਸਸ ਦੇ ਵਿੱਚ ਜਦੋਂ ਆਪਾਂ ਹੈਲਪਿੰਗ ਵਰਬ ਜੇ ਲਾਉਣਾ ਹੈ ਤਾਂ ਐਂਡ ਦੇ ਵਿੱਚ ਲੱਗੇਗਾ। ਅੱਗੇ ਅੱਗੇ ਨੇ ਕੁਝ ਹੋਰ ਫੇਮਸ ਐਕਸਕਲੇਮੇਸ਼ਨ ਜਿਹੜੇ ਆਪਾਂ ਡੇਲੀ ਲਾਈਫ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਜਿਵੇਂ ਕਿ ਹੁਰਾ, ਅਲਾਸ, ਓ, ਵਾਓ, ਬਰਾਵੋ। ਹੁਣ ਅੱਗੇ ਆਪਾਂ ਇਹਨਾਂ ਨੂੰ ਸਮਝਦੇ ਹਾਂ ਕਿ ਇਹਨਾਂ ਦੇ ਮਤਲਬ ਕੀ ਨੇ, ਕਿਵੇਂ ਇਹਨਾਂ ਨੂੰ ਯੂਜ਼ ਕਰਨਾ ਹੈ। ਤਾਂ ਪਹਿਲਾ ਸੈਂਟੈਂਸ ਹੈਗਾ ਜਿਵੇਂ ਹੁਰਾ। ਹੁਰਾ ਆਉਂਦਾ ਜਦੋਂ ਆਪਾਂ ਬਹੁਤ ਖੁਸ਼ੀ ਨਾਲ ਕੋਈ ਗੱਲ ਕਹਿੰਦੇ ਹਾਂ, ਜਿਵੇਂ ਹੁਰਾ ਵੀ ਵੌਨ ਦਾ ਮੈਚ, ਅਸੀਂ ਮੈਚ ਜਿੱਤ ਗਏ। ਜਦੋਂ ਆਪਾਂ ਬੜੀ ਖੁਸ਼ੀ ਨਾਲ ਗੱਲ ਕਹਿੰਦੇ ਆ ਤਾਂ ਉਦੋਂ ਹੁਰਾ ਯੂਜ਼ ਕਰਦੇ ਆ ਆਪਾਂ। ਤੇ ਇਹਨਾਂ ਦੇ ਵਿੱਚ ਜਿਹੜੇ ਸਾਈਨ ਆਫ ਐਕਸਕਲੇਮੇਸ਼ਨ ਲੱਗਣਾ ਹੈ ਉਹ ਸੈਂਟੈਂਸ ਦੇ ਐਂਡ ਦੇ ਵਿੱਚ ਨਹੀਂ ਲੱਗੇਗਾ, ਬਲਕਿ ਇਹਨਾਂ ਵਰਡਸ ਦੇ ਨਾਲ ਹੀ ਯੂਜ਼ ਹੋਏਗਾ। ਜਿਵੇਂ ਹੁਰਾ ਦੇ ਨਾਲ ਹੀ ਸਾਈਨ ਆਫ ਐਕਸਕਲੇਮੇਸ਼ਨ ਲੱਗਾ ਹੈ ਤੇ ਇਹਨਾਂ ਦੇ ਐਂਡ ਦੇ ਵਿੱਚ ਫੁੱਲ ਸਟਾਪ ਹੀ ਲੱਗੇਗਾ। ਇਸੇ ਤਰ੍ਹਾਂ ਦੂਜਾ ਅਲਾਸ, ਜਿਹਨੂੰ ਆਪਾਂ ਪੰਜਾਬੀ ਵਿੱਚ ਹਾਏ ਕਹਿ ਦਿੰਦੇ ਆ, ਜਿਵੇਂ ਅਲਾਸ ਇਜ਼ ਨੋ ਮੋਰ, ਹਾਏ ਉਹ ਨਹੀਂ ਰਿਹਾ। ਆਪਾਂ ਬੜੀ ਹੈਰਾਨਗੀ ਨਾਲ ਕਿਹਾ ਵੀ ਕਿਸੇ ਦੀ ਜਦੋਂ ਡੈਥ ਹੋ ਜਾਂਦੀ ਹੈ ਆਪਾਂ ਉਦੋਂ ਕਹਿੰਦੇ ਅਲਾਸ ਇਜ਼ ਨੋ ਮੋਰ। ਨੈਕਸਟ ਹੈਗਾ ਉਹ, ਜਦੋਂ ਆਪਾਂ ਬੜੇ ਅਫਸੋਸ ਨਾਲ ਕੋਈ ਗੱਲ ਕਹਿੰਦੇ ਆ, ਜਿਵੇਂ ਉਹ ਆਈ ਫੋਰਗੋਟ ਟੂ ਬ੍ਰਿੰਗ ਮਾਈ ਪਰਸ, ਉਹ ਮੈਂ ਤਾਂ ਆਪਦਾ ਪਰਸ ਘਰੇ ਭੁੱਲ ਗਿਆ। ਤਾਂ ਆਪਾਂ ਬੜੀ ਹੈਰਾਨਗੀ ਦੇ ਨਾਲ ਕਿਹਾ ਹੈ। ਨੈਕਸਟ ਹੈਗਾ ਵਾਓ। ਵਾਓ ਦਾ ਮਤਲਬ ਜਿਹਨੂੰ ਆਪਾਂ ਪੰਜਾਬੀ ਵਿੱਚ ਵਾਹ ਕਹਿ ਦਿੰਦੇ, ਜਦੋਂ ਕੋਈ ਕੰਮ ਆਪਾਂ ਬਹੁਤ ਵਧੀਆ ਲੱਗਦਾ ਆਪਾਂ ਕਹਿ ਦਿੰਦੇ ਵਾਹ। ਜਿਵੇਂ ਕਿ ਵਾਓ ਡਿਡ ਯੂ ਮੇਕ ਦਿਸ ਡਿਸ਼, ਵਾਹ ਕੀ ਤੁਸੀਂ ਇਹ ਡਿਸ਼ ਬਣਾਈ ਹੈ। ਤਾਂ ਇਹੋ ਜਿਹੇ ਸੈਂਟੈਂਸਸ ਐਕਸਕਲੇਮੇਟਰੀ ਨੇ। ਲਾਸਟ ਇਹਨਾਂ ਵਿੱਚ ਹੈਗਾ ਬਰਾਵੋ। ਬਰਾਵੋ ਹੁੰਦਾ ਜਦੋਂ ਆਪਾਂ ਪੰਜਾਬੀ ਵਿੱਚ ਜਦੋਂ ਆਪਾਂ ਕਹਿੰਦੇ ਨੇ ਬਹੁਤ ਖੂਬ ਜਾਂ ਬਹੁਤ ਵਧੀਆ, ਜਿਵੇਂ ਕਿ ਬਰਾਵੋ ਯੂ ਹੈਵ ਡਨ ਅ ਗ੍ਰੇਟ ਜੌਬ, ਵਾਹ ਤੁਸੀਂ ਬਹੁਤ ਵਧੀਆ ਕੰਮ ਕੀਤਾ, ਜਾਂ ਬਹੁਤ ਖੂਬ ਤੁਸੀਂ ਇਹ ਕੰਮ ਬਹੁਤ ਵਧੀਆ ਕੀਤਾ। ਤਾਂ ਕਿ ਇਹੋ ਜਿਹੇ ਸੈਂਟੈਂਸਸ ਜਿਹੜੇ ਹੁੰਦੇ ਨੇ ਇਹ ਐਕਸਕਲੇਮੇਟਰੀ ਹੁੰਦੇ ਨੇ, ਜਿਨ੍ਹਾਂ ਵਿੱਚ ਖੁਸ਼ੀ, ਬਹੁਤ ਜ਼ਿਆਦਾ ਖੁਸ਼ੀ ਹੋਵੇ, ਬਹੁਤ ਜ਼ਿਆਦਾ ਗਮੀ ਹੋਵੇ, ਜਾਂ ਇਹਨਾਂ ਵਿੱਚ ਕੋਈ ਸਰਪ੍ਰਾਈਜ਼ ਹੋਵੇ, ਤਾਂ ਇਹਨਾਂ ਨੂੰ ਐਕਸਕਲੇਮੇਟਰੀ ਸੈਂਟੈਂਸਸ ਕਹਿੰਦੇ ਨੇ। ਸੈਂਟੈਂਸਸ ਦੀ ਲਾਸਟ ਤੇ ਫਿਫਥ ਟਾਈਪ ਹੈ ਆਪਟੇਟਿਵ ਸੈਂਟੈਂਸਸ। ਤਾਂ ਇਹ ਉਹ ਸੈਂਟੈਂਸਸ ਨੇ ਜਿਨ੍ਹਾਂ ਦੇ ਵਿੱਚ ਕੋਈ ਵਿਸ਼, ਡਿਜ਼ਾਇਰ
ਜਾਂ ਕੋਈ ਪ੍ਰੇਅਰ ਹੋਵੇ। ਇਟ ਮੀਨਸ ਜਿਹਦੇ ਵਿੱਚ ਕੋਈ ਦੁਆ ਮੰਗੀ ਗਈ ਹੋਵੇ, ਕਿਸੇ ਲਈ ਅਰਦਾਸ ਕੀਤੀ ਗਈ ਹੋਵੇ ਜਾਂ ਕੋਈ ਇੱਛਾ ਮੰਗੀ ਗਈ ਹੋਵੇ, ਤਾਂ ਇਹੋ ਜਿਹੇ ਸੈਂਟੈਂਸਸ ਆਪਟੇਟਿਵ ਸੈਂਟੈਂਸਸ ਹੁੰਦੇ ਨੇ। ਤਾਂ ਇਹਨਾਂ ਸੈਂਟੈਂਸਸ ਦੇ ਐਂਡ ਦੇ ਵਿੱਚ ਵੀ ਸਾਈਨ ਆਫ ਐਕਸਕਲਾਮੇਸ਼ਨ ਲੱਗੇਗਾ। ਅੱਗੇ ਇਹਨਾਂ ਦੇ ਆਪਾਂ ਕੁਝ ਐਗਜ਼ਾਮਪਲਸ ਦੇਖ ਲੈਂਦੇ ਹਾਂ। ਜਿਵੇਂ ਫਸਟ ਹੈ ਮੇ ਯੂ ਲਿਵ ਲੌਂਗ, ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ। ਹੁਣ ਆਪਾਂ ਕਿਸੇ ਲਈ ਆਪਾਂ ਵਿਸ਼ ਕੀਤੀ ਇਹ, ਇਸ ਕਰਕੇ ਇਹ ਆਪਟੇਟਿਵ ਸੈਂਟੈਂਸ ਹੈ ਤੇ ਐਂਡ ਦੇ ਵਿੱਚ ਸਾਈਨ ਆਫ ਐਕਸਕਲਾਮੇਸ਼ਨ ਆਏਗਾ। ਸੈਕਿੰਡ ਹੈਗਾ ਗॉड ਬlesਸ ਯੂ, ਹੁਣ ਇਹ ਵੀ ਆਪ ਕਿਸੇ ਲਈ ਵਿਸ਼ ਹੈ, ਇਸ ਕਰਕੇ ਇਹ ਵੀ ਆਪਟੇਟਿਵ ਸੈਂਟੈਂਸ ਹੈ। ਥਰਡ ਹੈ ਵੁੱਡ ਦੈਟ ਆਈ वर ਅ ਕਿੰਗ, ਕਾਸ਼ ਮੈਂ ਇੱਕ ਰਾਜਾ ਹੁੰਦਾ। ਹੁਣ ਇਹ ਵੀ ਇੱਕ ਵਿਸ਼ ਹੈ ਆਪਾਂ ਮੰਗੀਏ, ਤਾਂ ਇਹੋ ਜਿਹੇ ਸੈਂਟੈਂਸਸ ਆਪਟੇਟਿਵ ਸੈਂਟੈਂਸਸ ਹੁੰਦੇ ਨੇ। ਤਾਂ ਇੱਕ ਚੀਜ਼ ਇਹ ਵੀ ਵਿੱਚ ਯਾਦ ਰੱਖਿਆ ਜੇ ਕਿ ਇਹ ਐਕਸਕਲਾਮੇਟਰੀ ਸੈਂਟੈਂਸਸ ਤੋਂ ਡਿਫਰੈਂਟ ਹੁੰਦੇ ਨੇ, ਕਿਉਂਕਿ ਐਕਸਕਲਾਮੇਟਰੀ ਸੈਂਟੈਂਸਸ ਦੇ ਵਿੱਚ ਕੋਈ ਨਾ ਕੋਈ ਸਰਪ੍ਰਾਈਜ਼ ਹੁੰਦਾ ਹੈ ਜਾਂ ਕੋਈ ਬਹੁਤ ਖੁਸ਼ੀ ਵਾਲੀ ਜਾਂ ਗਮੀ ਵਾਲੀ ਗੱਲ ਹੁੰਦੀ। ਪਰ ਜੇ ਆਪਾਂ ਆਪਟੇਟਿਵ ਸੈਂਟੈਂਸਸ ਦੀ ਗੱਲ ਕਰੀਏ, ਇਹਨਾਂ ਦੇ ਵਿੱਚ ਕੋਈ ਵਿਸ਼ ਮੰਗੀ ਗਈ ਹੁੰਦੀ, ਕੋਈ ਪ੍ਰੇਅਰ ਹੁੰਦੀ ਹੈ। ਤਾਂ ਇਹ ਡਿਫਰੈਂਸ ਹੈ ਮੇਨ ਇਹਨਾਂ ਦੇ ਵਿੱਚ। ਤੁਸੀਂ ਕੱਲਾ ਇਹ ਨਾ ਦੇਖ ਲਓ ਕਿ ਸਾਈਨ ਆਫ ਐਕਸਕਲਾਮੇਸ਼ਨ ਲੱਗਦਾ ਹੈ ਤੇ ਇਟ ਮੀਨਸ ਇਟ ਇਜ਼ ਐਕਸਕਲਾਮੇਟਰੀ। ਇਹ ਐਕਸਕਲਾਮੇਟਰੀ ਸੈਂਟੈਂਸ ਨਹੀਂ ਹੈਗਾ, ਇਹ ਉਹਦੇ ਤੋਂ ਡਿਫਰੈਂਟ ਹੈ। ਪਰ ਸਾਈਨ ਆਫ ਐਕਸਕਲਾਮੇਸ਼ਨ ਇਹਦੇ ਵਿੱਚ ਵੀ ਯੂਜ਼ ਹੋ ਰਿਹਾ। ਤਾਂ ਤੁਸੀਂ ਇਹ ਰੂਲਸ ਦੇ ਅਕੋਰਡਿੰਗ ਚੱਲਣਾ ਹੈ। ਤੇ ਆਈ ਹੋਪ that you have understood each and every point in a very good way. And if you like this video, then please subscribe to my channel and also press the bell icon to get the new notifications of my video. Thank you for watching this video.